स्टेट ते सेंटर का आपस च सूचनावां का आदान प्रदान होंदा। ये BSF ने उत्थे कुछ लोगों को पकड़िया और कुछ मजदूरों को उन्होंने चुंगल चो छुड़वाया भी। ਇਹਦਾ मतलब ये नहीं भी पूरी कौम ते सवाल चुके गए। जो कोई सिख क्राइम करता उन्होंने भी सज़ा मिलनी चाहिए, हिंदू करता उन्होंने भी मिलनी चाहिए, विदाउट एनी डिस्टिंक्शन ऑफ कास्ट, क्रीड एंड रिलीजन। ये संविधान भी कहता। ਬਾਇਸਡ ਹੋ ਕੇ ਤੇ ਨਹੀਂ ਚੱਲਣਾ ਚਾਹੀਦਾ, ਲੇਕਿਨ ਇਹੋ ਜਿਹੇ ਸਮਾਂ ਦੇ ਵਿੱਚ ਜਦੋਂ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਦਾ ਨਜ਼ਰ ਆ ਰਿਹਾ, ਉਸ ਸਮਾਂ ਦੇ ਵਿੱਚ ਇਸ ਤਰ੍ਹਾਂ ਦਾ ਲੈਟਰ ਆਣਾ ਔਰ ਲੈਟਰ ਦੀ ਜਿਹੜੀ ਸ਼ਬਦਾਵਲੀ ਹੈ ਉਸ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਜੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਉਹ ਕਹਿ ਰਹੇ ਨੇ ਕਿ ਹਿਊਮਨ ਟ੍ਰੈਫਿਕਿੰਗ ਹੁੰਦੀ ਸੀ ਪੰਜਾਬ, ਉਹਨਾਂ ਨੂੰ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਸਬਜ਼-ਬਾਗ ਦਿਖਾਏ ਜਾਂਦੇ ਸੀ ਕਿ ਵੱਡੀ ਸੈਲਰੀਆਂ ਮਿਲਣਗੀਆਂ, ਲੇਕਿਨ ਇੱਥੇ ਆ ਕੇ ਉਹਨਾਂ ਨੂੰ ਬੰਧੂਆ ਮਜ਼ਦੂਰੀ ਕਰਾਈ ਜਾਂਦੀ ਸੀ। ਇਹ ਸ਼ਬਦਾਵਲੀ ਜਿਹੜੀ ਆ ਉਹ ਸਵਾਲ ਚੁੱਕ ਰਹੀ ਹੈ। ਉਹ ਇੰਟਰੋਗੇਸ਼ਨ 'ਚ ਡਿਟੈਕਟ ਕੀਤਾ ਗਿਆ, ਉਸ ਦੀ ਇਨਫੋਰਮੇਸ਼ਨ ਹੈਗੀ ਆ। ਤੇ ਉਹ ਜੇ ਹੁਣ ਇਹ ਟਾਈਮਿੰਗ ਇਹ ਹੈਗੀ ਆ ਤੇ 10 ਕਤਲ ਹੋ ਜਾਂਦੇ ਆ ਕਿ ਉਹਨਾਂ ਕਾਤਲਾਂ ਨੂੰ ਸਜ਼ਾ ਨਾ ਦੇਣ, ਉਹਦੀ ਇਨਵੈਸਟੀਗੇਸ਼ਨ ਨਾ ਕਰਨ, ਉਹਦੇ ਲਈ ਸਟੇਟ ਗਵਰਨਮੈਂਟ ਨੂੰ ਇਨਫੋਰਮ ਨਾ ਕਰੇ BSF। ਉਸ ਸਮਾਂ ਤੇ ਲੈਟਰ ਨਹੀਂ ਲਿਖਿਆ ਗਿਆ, 2020 ਦੇ ਵਿੱਚ ਲੈਟਰ ਲਿਖ ਕੇ ਸਾਂਝੀ ਕਰ ਲੈਂਦੇ ਆ ਇਨਫੋਰਮੇਸ਼ਨ। ਅੱਜ ਕਿਉਂ ਇਹ ਇਨਫੋਰਮੇਸ਼ਨ ਇਸ ਤਰ੍ਹਾਂ ਸਾਂਝੀ ਕੀਤੀ ਜਾ ਰਹੀ ਹੈ ਤੇ ਉਸ ਤੇ ਕੰਮ ਹੁੰਦਾ। ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿਸਾਨ ਇਸ ਹੱਦ ਤੱਕ ਜਾ ਸਕਦਾ ਹੈ ਕਿ ਕਿਸੇ ਨੂੰ ਬੰਧੂਆ ਮਜ਼ਦੂਰੀ ਕਰਾਈ ਜਾਏ, ਉਸਦੇ ਹੱਕਾਂ ਨੂੰ ਮਾਰਿਆ ਜਾਏ? ਇਸ ਨੂੰ ਕਿਸਾਨ ਕਿਉਂ ਕਹਿੰਦੇ ਹੋ? ਇਹ ਤਾਂ ਕੋਈ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ, ਇਹ ਵੀ ਕਰ ਸਕਦੇ ਆ, ਮੈਂ ਵੀ ਕਰ ਸਕਦਾ। ਜਿਹੜਾ ਕ੍ਰਾਈਮ ਕਰੂਗਾ ਉਹਨੂੰ ਸਜ਼ਾ ਮਿਲੂਗੀ। ਕਿਸਾਨ ਦਾ ਕੀ ਮਤਲਬ ਹੋ ਗਿਆ ਇਹਦੇ 'ਚ? ਉਹ ਜਾਂਚ ਹੋਊਗੀ, ਜਾਂਚ ਦਾ ਵਿਸ਼ਾ ਹੈਗਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ। ਪੰਜਾਬ ਸਰਕਾਰ ਤਾਂ ਕ੍ਰਾਈਮ ਨੂੰ ਹਵਾ ਹੀ ਦਿੰਦੀ ਹੈ ਸਾਰੇ ਨੂੰ। ਇੱਥੇ ਉਹ ਰਾਜਨੀਤਿਕ ਆਤੰਕਵਾਦ ਫੈਲਾ ਰਹੀ ਹੈ, ਆਪਣੇ ਹਿੱਤ ਸਾਧਣ ਦੇ, ਰਾਜਨੀਤਿਕ ਹਿੱਤ ਸਾਧਣ ਦੇ ਲਈ ਬਾਕੀ ਕੰਮ ਕਰ ਰਹੀ ਹੈ। ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਬਹੁਤਾ ਹਵਾ ਦੇਣੀ ਠੀਕ ਨਹੀਂ। ਇਹ ਅੱਜ ਤੋਂ 2 ਸਾਲ ਪਹਿਲਾਂ ਤੋਂ ਪੰਜਾਬ ਸਰਕਾਰ ਨੂੰ ਉਹ ਲਿਖ ਕੇ ਭੇਜ ਰਹੇ ਆ। ਹਰਿਆਣਾ ਸਰਕਾਰ ਨੇ ਇਹ ਇੰਪਲੀਮੈਂਟ ਕਰਤਾ, ਪੰਜਾਬ ਸਰਕਾਰ ਨੇ ਇਹ ਕੀਤਾ ਨਹੀਂ ਹੈ। ਕਿਉਂ ਨਹੀਂ ਕੀਤਾ? ਕਿ ਕਾਂਗਰਸ ਦੇ ਜਿਹੜੇ MLA ਨੇ, ਸਰਕਾਰ ਦੇ ਵਿਧਾਇਕ ਨੇ ਜਿਹੜੇ, ਉਹ ਇਹਦੇ 'ਚ ਕਈ ਇਨਵੋਲਵ ਨੇ। ਇਹ ਹਜ਼ਾਰਾਂ ਕਰੋੜ ਦੀ ਲੁੱਟ ਹੁੰਦੀ ਹੈ। ਸਰਕਾਰੀ ਅਧਿਕਾਰੀ, ਵਪਾਰੀ ਤੇ ਪੋਲੀਟੀਸ਼ੀਅਨ ਮਿਲ ਕੇ ਕਰਦੇ ਆ। ਇਹ MSP ਦੀ ਖਰੀਦ ਇੱਥੇ ਹੈਗੀ ਆ, ਬਿਹਾਰ 'ਚ ਨਹੀਂ ਹੈ। ਉੱਥੋਂ 1000 ਰੁਪਏ ਦਾ ਖਰੀਦ ਕੇ ਇੱਥੇ 1800 ਰੁਪਏ ਉਸ ਨੂੰ ਵੇਚਣਾ ਬਹੁਤ ਅਪਰਾਧ ਕਰਦੇ ਆ। ਉਹ ਕਿਸਾਨ ਦੀ ਲੁੱਟ ਹੁੰਦੀ ਹੈ। ਮੁੱਖ ਮੰਤਰੀ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਕੰਮ ਕਰਨਾ ਹੁੰਦਾ ਉਸ ਤਰੀਕੇ ਨਾਲ ਨਹੀਂ ਕਰ ਰਹੇ। ਉਹ ਤਾਂ BJP ਦੇ ਖਿਲਾਫ ਇੱਕ ਮਾਹੌਲ ਭਾਰਤ ਸਰਕਾਰ ਦੇ ਖਿਲਾਫ ਬਣਾਉਣ 'ਚ ਲੱਗੇ ਹੋਏ ਆ, ਚੰਦ ਕਿਸਾਨ ਲੀਡਰਾਂ ਨਾਲ ਮਿਲ ਕੇ। ਪੰਜਾਬੀ ਕੌਮ ਦੀ ਗੱਲ ਕਰੀਏ ਤੇ ਪੰਜਾਬੀ ਕੌਮ ਸਰਬਤ ਦਾ ਭਲਾ ਮੰਗਦੀ ਹੈ ਔਰ ਕਿਤੇ ਨਾ ਕਿਤੇ ਬਾਬੇ ਨਾਨਕ ਦੇ ਦਿਖਾਏ ਇਸੀ ਰਸਤੇ ਦੇ ਉੱਪਰ ਚਲਦੀ ਹੋਈ ਨਜ਼ਰ ਆਉਂਦੀ ਹੈ। ਲੇਕਿਨ ਅੱਜ ਇਸ ਕੌਮ ਦੇ ਉੱਪਰ ਕਈ ਵੱਡੇ ਸਵਾਲ ਚੁੱਕੇ ਗਏ ਨੇ। ਸਵਾਲ ਚੁੱਕੇ ਗਏ ਨੇ ਬਾਰਡਰ ਏਰੀਏ ਦੇ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਦੇ ਉੱਪਰ। ਇੱਕ ਲੈਟਰ ਆਇਆ ਸੈਂਟਰ ਦੀ ਤਰਫੋਂ ਜਿਸ ਦੇ ਵਿੱਚ ਕਿਹਾ ਗਿਆ ਕਿ ਬਾਰਡਰ ਏਰੀਏ ਦੇ ਵਿੱਚ ਜਿਹੜੇ ਕਿਸਾਨ ਖੇਤੀ ਕਰਦੇ ਨੇ, ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਨੂੰ ਬੰਧੂਆ ਮਜ਼ਦੂਰੀ ਕਰਾਈ ਜਾਂਦੀ ਹੈ, ਉਹਨਾਂ ਨੂੰ ਨਸ਼ੇ ਦਾ ਆਦੀ ਬਣਾਇਆ ਜਾਂਦਾ ਹੈ। ਕਈ ਵੱਡੇ ਸਵਾਲ ਚੁੱਕੇ ਨੇ ਔਰ ਇन्हीं ਸਵਾਲਾਂ ਦੇ ਉੱਪਰ BJP ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਅੱਜ ਇੱਕ ਵਾਰ ਫਿਰ ਤੁਹਾਡੀ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਆ ਉਹ ਸਵਾਲ ਚੁੱਕਦੀ ਨਜ਼ਰ ਆਈ ਪੰਜਾਬੀ ਕੌਮ ਤੇ, ਖਾਸ ਕਰਕੇ ਉਨ ਕਿਸਾਨਾਂ ਤੇ ਜਿਹੜਾ ਦੇਸ਼ ਦਾ ਪੇਟ ਭਰਦੇ ਸੀ। ਉਸ ਕਿਸਾਨ ਨੂੰ ਅੱਜ ਕਿਹਾ ਜਾ ਰਿਹਾ ਕਿ ਬੰਧੂਆ ਮਜ਼ਦੂਰ ਬਣਾਉਂਦੇ ਆ ਪ੍ਰਵਾਸੀ ਮਜ਼ਦੂਰਾਂ ਨੂੰ, ਉਸਨੂੰ ਕਿਹਾ ਜਾ ਰਿਹਾ ਨਸ਼ੇ ਦਾ ਆਦੀ ਬਣਾ ਕੇ ਕੰਮ ਕਰਾ ਰਹੇ ਆ ਉਹਨਾਂ ਤੋਂ। देखो, ये एक रूटीन मैटर आ। स्टेट ते सेंटर का आपस च सूचनावां का आदान प्रदान हुंदा। ये BSF ने उत्थे कुछ लोगों को पकड़िया और कुछ मजदूरों को उन्होंने चुंगल चो छुड़वाया भी। ਇਹਦਾ मतलब ये नहीं भी पूरी कौम ते सवाल चुके गए। जो कोई सिख क्राइम करता उन्होंने भी सज़ा मिलनी चाहिए, हिंदू करता उन्होंने भी मिलनी चाहिए, विदाउट एनी डिस्टिंक्शन ऑफ कास्ट, क्रीड एंड रिलीजन। ये संविधान भी कहता। तो गलत काम करने वाला गलत व्यक्ति है। इस करके ਜਿਹੜਾ ਇਹ ਚੀਜ਼ ਆ ਇਸ ਨੂੰ ਇਸ ਨਜ਼ਰੀਏ ਨਾਲ ਨਾ ਦੇਖੋ। ਇਹ ਤਾਂ BSF ਕਿਹਦੇ ਅੰਡਰ ਆਉਂਦੀ ਹੈ? ਭਾਰਤ ਸਰਕਾਰ ਦੇ। ਭਾਰਤ ਸਰਕਾਰ ਦੇ ਹੋਮ ਮਿਨਿਸਟਰੀ ਦੇ। ਉਹਨਾਂ ਨੇ ਹੋਮ ਮਿਨਿਸਟਰੀ 'ਚ ਹੋਮ ਸੈਕਟਰੀ ਨੂੰ ਇਨਫੋਰਮ ਕਰਨਾ ਹੁੰਦਾ, DGP BSF ਨੇ। ਉਹਨਾਂ ਨੇ ਇਨਫੋਰਮ ਕੀਤਾ, ਉਹਨਾਂ ਨੇ ਕੰਸਰਨਡ ਜੁਆਇੰਟ ਸੈਕਟਰੀ ਜਿਹੜਾ ਪੰਜਾਬ ਸਟੇਟ ਦੇਖਦਾ ਉਸ ਨੂੰ ਲਿਖਿਆ ਤੇ ਉਹਨਾਂ ਨੇ ਲਿਖਿਆ ਤਾਂ ਉਸ ਤੋਂ ਬਾਅਦ ਉਹ ਜੁਆਇੰਟ ਹੋਮ ਸੈਕਟਰੀ ਹੋਮ ਅਫੇਅਰਸ ਨੇ DGP ਪੰਜਾਬ ਔਰ ਚੀਫ ਸੈਕਟਰੀ ਪੰਜਾਬ ਨੂੰ ਲਿਖਿਆ ਤੇ ਉਹਨਾਂ ਨੂੰ ਕਿਹਾ ਕਿ ਕਾਰਵਾਈ ਕਰੋ, ਜਾਂਚ ਕਰੋ, ਇਹ ਕੀ ਹੈ ਕਿ ਕੋਈ ਲਾਅ ਐਂਡ ਆਰਡਰ ਸਟੇਟ ਗਵਰਨਮੈਂਟ ਦਾ ਅਧਿਕਾਰ ਆ।
ਇਸ ਲਈ ਮੇਰਾ ਇਹ ਕਹਿਣਾ ਹੈਗਾ ਕਿ ਇਹ ਜਿਹੜਾ ਉਹਨਾਂ ਨੇ ਲਿਖਿਆ ਹੈਗਾ ਇਹ ਬਿਲਕੁਲ ਠੀਕ ਆ। ਇਸ ਦੇ ਉੱਪਰ ਬਾਇਸਡ ਹੋ ਕੇ ਬਿਲਕੁਲ ਨਹੀਂ ਦੇਣਾ ਚਾਹੀਦਾ, ਲਿਖਣਾ ਚਾਹੀਦਾ ਔਰ ਨਾ ਕਹਿਣਾ ਚਾਹੀਦਾ। ਬਾਇਸਡ ਹੋ ਕੇ ਤੇ ਨਹੀਂ ਚੱਲਣਾ ਚਾਹੀਦਾ, ਲੇਕਿਨ ਇਹੋ ਜਿਹੇ ਸਮਾਂ ਦੇ ਵਿੱਚ ਜਦੋਂ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਦਾ ਨਜ਼ਰ ਆ ਰਿਹਾ, ਉਸ ਸਮਾਂ ਦੇ ਵਿੱਚ ਇਸ ਤਰ੍ਹਾਂ ਦਾ ਲੈਟਰ ਆਣਾ, ਔਰ ਲੈਟਰ ਦੀ ਜਿਹੜੀ ਸ਼ਬਦਾਵਲੀ ਹੈ ਉਸ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਜੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਉਹ ਕਹਿ ਰਹੇ ਨੇ ਕਿ ਹਿਊਮਨ ਟ੍ਰੈਫਿਕਿੰਗ ਹੁੰਦੀ ਸੀ ਪੰਜਾਬ, ਉਹਨਾਂ ਨੂੰ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਸਬਜ਼-ਬਾਗ ਦਿਖਾਏ ਜਾਂਦੇ ਸੀ ਕਿ ਵੱਡੀ ਸੈਲਰੀਆਂ ਮਿਲਣਗੀਆਂ, ਲੇਕਿਨ ਇੱਥੇ ਆ ਕੇ ਉਹਨਾਂ ਨੂੰ ਬੰਧੂਆ ਮਜ਼ਦੂਰੀ ਕਰਾਈ ਜਾਂਦੀ ਸੀ। ਇਹ ਸ਼ਬਦਾਵਲੀ ਜਿਹੜੀ ਆ ਉਹ ਸਵਾਲ ਚੁੱਕ ਰਹੀ ਹੈ। ਉਹ ਇੰਟਰੋਗੇਸ਼ਨ 'ਚ ਡਿਟੈਕਟ ਕੀਤਾ ਗਿਆ, ਉਸ ਦੀ ਇਨਫੋਰਮੇਸ਼ਨ ਹੈਗੀ ਆ। ਤੇ ਉਹ ਜੇ ਹੁਣ ਇਹ ਟਾਈਮਿੰਗ ਇਹ ਹੈਗੀ ਆ ਤੇ 10 ਕਤਲ ਹੋ ਜਾਂਦੇ ਆ, ਕੀ ਉਹਨਾਂ ਕਾਤਲਾਂ ਨੂੰ ਸਜ਼ਾ ਨਾ ਦੇਣ, ਉਹਦੀ ਇਨਵੈਸਟੀਗੇਸ਼ਨ ਨਾ ਕਰਨ, ਉਹਦੇ ਲਈ ਸਟੇਟ ਗਵਰਨਮੈਂਟ ਨੂੰ ਇਨਫੋਰਮ ਨਾ ਕਰੇ BSF ਜਾਂ ਮਿਨਿਸਟਰੀ ਆਫ ਹੋਮ ਅਫੇਅਰਸ? ਇਹ ਟਾਈਮਿੰਗ ਦਾ ਕੀ ਮਤਲਬ ਆ? ਇਹਦੇ 'ਚ ਟਾਈਮਿੰਗ ਦਾ ਕੀ ਸਵਾਲ ਆ? ਕਿਸੇ ਅੰਦੋਲਨ ਦਾ ਕੀ ਸਵਾਲ ਆ? ਕਿਸੇ ਵਿਅਕਤੀ ਦਾ ਕੀ ਸਵਾਲ ਆ? ਤੇ ਇਹ ਅਸੀਂ ਜੇ ਇਸ ਤਰ੍ਹਾਂ ਜੋੜਾਂਗੇ ਫਿਰ ਤਾਂ ਇਹ ਕ੍ਰਾਈਮ ਰੁਕ ਨਹੀਂ ਸਕਦਾ। ਇਹਦੇ 'ਚ ਕਿਸੇ ਨੂੰ ਅਲਾਉ ਨਹੀਂ ਕਰੇਗੀ ਭਾਰਤ ਸਰਕਾਰ, ਨਾ ਪੰਜਾਬ ਸਰਕਾਰ ਕਰਨਾ। 2019-20 ਦੇ ਮਾਮਲੇ ਦੱਸੇ ਜਾ ਰਹੇ ਨੇ, ਉਸ ਸਮਾਂ ਤੇ ਲੈਟਰ ਨਹੀਂ ਲਿਖਿਆ ਗਿਆ, 2020 ਦੇ ਵਿੱਚ ਲੈਟਰ ਲਿਖ ਕੇ ਸਾਂਝੀ ਕਰ ਲੈਂਦੇ ਆ ਇਨਫੋਰਮੇਸ਼ਨ। ਅੱਜ ਕਿਉਂ ਇਹ ਇਨਫੋਰਮੇਸ਼ਨ ਇਸ ਤਰ੍ਹਾਂ ਸਾਂਝੀ ਕੀਤੀ ਜਾ ਰਹੀ ਹੈ? ਇਹ ਦਸੰਬਰ ਦੇ ਮਾਮਲੇ ਆ 2020 ਦੇ, ਔਰ ਉਸ ਤੋਂ ਬਾਅਦ ਆ ਜਿਹੜਾ ਹੈਗਾ ਇਹ ਤੁਹਾਨੂੰ ਪਤਾ ਵੀ ਭਾਰਤ ਸਰਕਾਰ ਦੇ ਜਿਹੜੇ ਕੰਮ ਨੇ, ਪਹਿਲਾਂ ਤਾਂ ਉਹਨਾਂ ਨੇ ਆਪਣੀ ਇੰਟਰੋਗੇਸ਼ਨ ਕੀਤੀ, ਇੰਟਰੋਗੇਸ਼ਨ ਚੋਂ ਫਾਈਂਡ ਆਊਟ ਕੀਤਾ ਕੀ ਆ BSF ਨੇ, ਉਸ ਦੇ ਮੁਕੱਦਮੇ ਵੀ ਦਰਜ ਹੋਏ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪਣੇ DGP ਨੂੰ ਇਨਫੋਰਮ ਕੀਤਾ, ਇਹ ਲੈਟਰ ਉਧਰੋਂ ਜਾਂਦਾ ਉੱਧਰ ਜਾਂਦਾ ਤਾਂ ਇਹ ਆਉਂਦੇ ਟਾਈਮ ਲੱਗ ਜਾਂਦਾ। ਔਰ ਉਸ ਤੋਂ ਪਹਿਲਾਂ ਵਾਇਰਲੈਸ ਤੇ ਫੋਨ ਤੇ ਇੱਕ ਦੂਜੇ ਨੂੰ ਏਜੰਸੀਆਂ ਜਿਹੜੀਆਂ ਨੇ ਇਨਫੋਰਮ ਕਰਦੀਆਂ ਰਹਿੰਦੀਆਂ ਨੇ, ਬਾਰਡਰ ਤੇ ਬਹੁਤ ਸਾਰੀਆਂ ਏਜੰਸੀਆਂ ਕੰਮ ਕਰਦੀਆਂ ਨੇ ਤੇ ਉਹ ਆਪਣਾ ਕੰਮ ਕਰਦੀਆਂ ਰਹਿੰਦੀਆਂ ਨੇ। ਉਸ ਤਰੀਕੇ ਨਾਲ IB ਵੀ ਇਨਫੋਰਮੇਸ਼ਨ ਦਿੰਦੀ ਆ, ਉਹਨਾਂ ਨੂੰ ਰॉ ਵੀ ਦਿੰਦੀ ਆ, ਬਾਕੀ ਏਜੰਸੀਆਂ ਵੀ ਦਿੰਦੀਆਂ ਨੇ ਤੇ ਉਸ ਤੇ ਕੰਮ ਹੁੰਦਾ। ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿਸਾਨ ਇਸ ਹੱਦ ਤੱਕ ਜਾ ਸਕਦਾ ਹੈ ਕਿ ਕਿਸੇ ਨੂੰ ਬੰਧੂਆ ਮਜ਼ਦੂਰੀ ਕਰਾਈ ਜਾਏ, ਉਸਦੇ ਹੱਕਾਂ ਨੂੰ ਮਾਰਿਆ ਜਾਏ? ਇਸ ਨੂੰ ਕਿਸਾਨ ਕਿਉਂ ਕਹਿੰਦੇ ਹੋ? ਇਹ ਤਾਂ ਕੋਈ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ, ਇਹ ਵੀ ਕਰ ਸਕਦੇ ਆ, ਮੈਂ ਵੀ ਕਰ ਸਕਦਾ। ਜਿਹੜਾ ਕ੍ਰਾਈਮ ਕਰੂਗਾ ਉਹਨੂੰ ਸਜ਼ਾ ਮਿਲੂਗੀ, ਕਿਸਾਨ ਦਾ ਕੀ ਮਤਲਬ ਹੋ ਗਿਆ ਇਹਦੇ 'ਚ? ਲੇਕਿਨ ਵਰਡ ਤੇ ਕਿਸਾਨ ਹੀ ਲਿਖਿਆ ਹੋਇਆ ਨਾ, ਲੈਟਰ ਦੇ ਵਿੱਚ ਤੇ ਵਰਡ ਕਿਸਾਨ ਹੀ ਹੈ। ਜਿਹੜੇ ਖੇਤੀ ਕਰਦੇ ਆ ਬਾਰਡਰ ਦੇ ਉੱਪਰ, ਉਹ ਇਹ ਕੰਮ ਕਰਦੇ ਹੋਣੇ ਆ, 2-4 ਡਿਟੈਕਟ ਹੋ ਗਏ, ਉਹਦੇ ਬਾਰੇ ਹੀ ਲਿਖਣਾ ਸੀ, ਹੋਰ ਉਹਨੂੰ ਕੀ ਲਿਖਦੇ? ਜੇ ਕੋਈ ਕਿਸਾਨ ਕਰਦਾ ਜਦ ਉਹ ਦੁਕਾਨਦਾਰ ਥੋੜਾ ਲਿਖ ਦੇਣਗੇ ਉਹਨੂੰ, ਤੇ ਉਹਨਾਂ ਨੇ ਕੋਈ ਇਹ ਦੇਖਣਾ ਹੈਗਾ ਵੀ ਕੀ ਟਾਈਮਿੰਗ ਹੈਗਾ, ਕੀ ਗੱਲ ਹੈਗੀ, ਕੀ ਲਿਖਣਾ? ਉਹ ਜਾਂਚ ਹੋਊਗੀ, ਜਾਂਚ ਦਾ ਵਿਸ਼ਾ ਹੈਗਾ, ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ। ਪੰਜਾਬ ਸਰਕਾਰ ਤਾਂ ਕ੍ਰਾਈਮ ਨੂੰ ਹਵਾ ਹੀ ਦਿੰਦੀ ਹੈ ਸਾਰੇ ਨੂੰ। ਇੱਥੇ ਉਹ ਰਾਜਨੀਤਿਕ ਆਤੰਕਵਾਦ ਫੈਲਾ ਰਹੀ ਆ, ਆਪਣੇ ਹਿੱਤ ਸਾਧਣ ਦੇ, ਰਾਜਨੀਤਿਕ ਹਿੱਤ ਸਾਧਣ ਦੇ ਲਈ ਬਾਕੀ ਕੰਮ ਕਰ ਰਹੀ ਹੈ, ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਬਹੁਤਾ ਹਵਾ ਦੇਣੀ ਠੀਕ ਨਹੀਂ ਹੈ। ਲੇਕਿਨ ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਸ ਤਰ੍ਹਾਂ ਦੇ ਲੈਟਰ ਆ ਰਹੇ, ਕਿਸਾਨਾਂ ਦੇ ਉੱਪਰ ਲਗਾਤਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ FCਆਂ ਰਾਹੀਂ ਕਈ ਫਰਮਾਨ ਕੱਢ ਦਿੱਤੇ ਜਾਂਦੇ ਆ, ਕਦੇ ਇਸ ਤਰ੍ਹਾਂ ਦੇ ਲੈਟਰ ਆਉਂਦੇ ਆ, ਤੇ ਦਬਾਅ ਬਣਾਉਣ ਦੀ ਰਣਨੀਤੀ ਜਿਹੜੀ ਹੈ ਉਹ ਕੇਂਦਰ ਨੇ ਸ਼ੁਰੂ ਕੀਤੀ ਹੋਈ ਹੈ? ਐਸੀ ਕੋਈ ਜ਼ਰੂਰਤ ਹੀ ਨਹੀਂ ਹੈ। ਇੱਥੇ ਕੋਈ ਕ੍ਰਾਈਮ ਕਰ ਹੀ ਨਹੀਂ ਸਕਦਾ ਇਸ ਤਰ੍ਹਾਂ, ਉਹਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਚਾਹੇ ਉਹ ਕੋਈ ਵੀ ਹੋਵੇ। ਅੰਦੋਲਨ ਦੇ ਨਾਮ ਤੇ ਇਹ ਗੱਲਾਂ ਕਿਉਂ ਕਹੀਆਂ ਜਾਣ? ਅੰਦੋਲਨ ਵਾਲੇ ਦਾ ਕੀ ਸੰਬੰਧ ਆ? ਅੰਦੋਲਨਕਾਰੀਆਂ ਨਾਲੇ ਦਾ ਕੀ ਸੰਬੰਧ ਆ? ਕੀ ਉਹ ਇਹ ਕੰਮ ਕਰਾਉਂਦੇ ਆ? ਇਹੋ ਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਾਨੂੰ। ਔਰ ਇਹਦੇ 'ਚ ਜਿਹੜਾ ਤੁਸੀਂ FCI ਦੀ ਗੱਲ ਕੀਤੀ ਆ, FCI ਦਾ ਇੱਕ ਅਲੱਗ ਵਿਸ਼ੇ ਹੈ। ਇਹ ਅੱਜ ਤੋਂ 2 ਸਾਲ ਪਹਿਲਾਂ ਤੋਂ ਪੰਜਾਬ ਸਰਕਾਰ ਨੂੰ ਉਹ ਲਿਖ ਕੇ ਭੇਜ ਰਹੇ ਆ, ਹਰਿਆਣਾ ਸਰਕਾਰ ਨੇ ਇਹ ਇੰਪਲੀਮੈਂਟ ਕਰਤਾ, ਪੰਜਾਬ ਸਰਕਾਰ ਨੇ ਇਹ ਕੀਤਾ ਨਹੀਂ ਹੈ। ਕਿਉਂ ਨਹੀਂ ਕੀਤਾ? ਕਿ ਕਾਂਗਰਸ ਦੇ ਜਿਹੜੇ MLA ਨੇ, ਸਰਕਾਰ ਦੇ ਵਿਧਾਇਕ ਨੇ ਜਿਹੜੇ, ਉਹ ਇਹਦੇ 'ਚ ਕਈ ਇਨਵੋਲਵ ਨੇ। ਇਹ ਹਜ਼ਾਰਾਂ ਕਰੋੜ ਦੀ ਲੁੱਟ ਹੁੰਦੀ ਹੈ, ਸਰਕਾਰੀ ਅਧਿਕਾਰੀ, ਵਪਾਰੀ ਤੇ ਪੋਲੀਟੀਸ਼ੀਅਨ ਮਿਲ ਕੇ ਕਰਦੇ ਆ। ਇਹ MSP ਦੀ ਖਰੀਦ ਇੱਥੇ ਹੈਗੀ ਆ, ਬਿਹਾਰ 'ਚ ਨਹੀਂ ਹੈ। ਉੱਥੋਂ 1000 ਰੁਪਏ ਦਾ ਖਰੀਦ ਕੇ ਇੱਥੇ 1800 ਰੁਪਏ ਉਸ ਨੂੰ ਵੇਚਣਾ ਬਹੁਤ ਅਪਰਾਧ ਕਰਦੇ ਆ ਉਹ। ਕਿਸਾਨ ਦੀ ਲੁੱਟ ਹੁੰਦੀ ਆ। ਇਹਦੇ 'ਚ 32 ਕਿਸਾਨ ਸੰਗਠਨਾਂ ਨੇ ਖੁਦ ਇਹਦੀ ਮੰਗ ਕੀਤੀ ਹੈ, ਬਾਰਡਰ ਤੋਂ ਹੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਠੀਕ ਆ, ਅਸੀਂ ਦੇ ਹੱਕ 'ਚ ਆ। ਬੂਟਾ ਸਿੰਘ ਪੁਰਜਗਿੱਲ ਨੂੰ ਹੁਣੇ ਫੋਨ ਲਾ ਲਓ, ਉਹਨਾਂ ਨੇ ਕੀਤੀ ਪ੍ਰੈਸ ਕਾਨਫਰੰਸ, ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਹੋਣਾ ਚਾਹੀਦਾ। ਇਹਦੇ ਨਾਲ ਟਰਾਂਸਪੇਰੈਂਸੀ ਵਧੇਗੀ। ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਖੁਦ ਕਾਸ਼ਤ ਕਰਦਾ ਜਾਂ ਕਿਹੜਾ NRI ਹੈ, ਕਿਹੜਾ ਠੇਕੇ ਤੇ ਜ਼ਮੀਨ ਦਿੰਦਾ, ਉਹ ਵੀ ਆਇਡੈਂਟੀਫਾਈ ਹੋ ਜਾਏਗਾ। ਔਰ ਇਹਦੇ ਨਾਲ ਇਹ ਗੜਬੜੀ ਸਾਰੀ ਰੁਕ ਜਾਏਗੀ। ਔਰ ਪਰ ਮੇਰਾ ਮਤ ਨਿੱਜੀ ਇਹ ਸੀ, ਜੈਨੀ ਜੀ ਦਾ ਅਸੀਂ ਆਪਸ 'ਚ ਗੱਲ ਕੀਤੀ, ਅਸੀਂ ਜਾ ਕੇ ਗੱਲ ਕਰ ਵੀ ਰਹੇ ਹਾਂ ਕਿ ਇਹਦੇ 'ਚ ਸਮਾਂ ਦਿੱਤਾ ਜਾਣਾ ਚਾਹੀਦਾ। ਉਹ ਸਮਾਂ ਇਹ ਆ ਕਿ ਬਈ ਇੱਕ ਸੀਜ਼ਨ 'ਚ ਪਾਇਲਟ ਪ੍ਰੋਜੈਕਟ ਚਲਾਇਆ ਜਾਵੇ, ਜਿਹਦੇ ਨਾਲ ਹਰ ਚੀਜ਼ ਦੇ ਸਿੱਕੇ ਦੇ 2 ਪਹਿਲੂ ਹੁੰਦੇ ਆ, ਅੱਛਾਈ ਵੀ ਹੁੰਦੀ ਹੈ, ਬੁਰਾਈ ਵੀ ਹੁੰਦੀ ਹੈ। ਤੇ ਉਹ ਪਾਇਲਟ ਪ੍ਰੋਜੈਕਟ ਦੇ ਨਾਲ ਸਾਹਮਣੇ ਆ ਜਾਏਗਾ ਤੇ ਜਿਹੜੀਆਂ ਕਮੀਆਂ ਨੇ ਉਹ ਦੂਰ ਕਰ ਲਈਆਂ ਜਾਣਗੀਆਂ ਤੇ ਸੁਵਿਧਾ ਨਹੀਂ ਹੋਏਗੀ, ਨਾ ਕਿਸਾਨ ਨੂੰ ਹੋਏਗੀ ਤੇ ਨਾ ਹੀ ਆੜਤੀਏ ਨੂੰ ਹੋਏਗੀ। ਤੁਹਾਨੂੰ ਲੱਗਦਾ ਕਿ ਤੁਹਾਡੀ ਸਰਕਾਰ ਸਮਝਣ ਲਈ ਤਿਆਰ ਹੈ? ਕਿਉਂਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਲੈਟਰ ਲਿਖ ਰਹੇ ਹਨ ਲੇਕਿਨ ਸਮਾਂ ਨਹੀਂ ਮਿਲ ਰਿਹਾ, ਨਾ ਪ੍ਰਧਾਨ ਮੰਤਰੀ ਤੋਂ ਨਾ ਗ੍ਰਹਿ ਮੰਤਰੀ ਤੋਂ। ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਜਿਹੜੇ ਨੇ ਉਹ ਕਹਿ ਰਹੇ ਮੈਂ ਦਿੱਲੀ ਵੀ ਗੇੜਾ ਲਾਇਆ ਲੇਕਿਨ ਕੋਈ ਸੁਣਨ ਲਈ ਨਹੀਂ ਤਿਆਰ ਹੈ।
ਮੁੱਖ ਮੰਤਰੀ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਕੰਮ ਕਰਨਾ ਹੁੰਦਾ ਉਸ ਤਰੀਕੇ ਨਾਲ ਨਹੀਂ ਕਰ ਰਹੇ। ਉਹ ਤਾਂ ਬੀਜੇਪੀ ਦੇ ਖਿਲਾਫ ਇੱਕ ਮਾਹੌਲ ਭਾਰਤ ਸਰਕਾਰ ਦੇ ਖਿਲਾਫ ਬਣਾਉਣ 'ਚ ਲੱਗੇ ਹੋਏ ਆ। ਚੰਦ ਕਿਸਾਨ ਲੀਡਰਾਂ ਨਾਲ ਮਿਲ ਕੇ, ਕਿਸਾਨ ਨਹੀਂ ਸਾਰਾ, ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ, ਉਹ ਤਾਂ ਕੁਝ ਕਮਿਊਨਿਸਟਾਂ ਨਾਲ ਮਿਲ ਕੇ, ਕੁਝ ਲੋਕ ਉਹਨੇ ਖਰੀਦੇ ਹੋਏ ਆ ਇਹਨਾਂ 'ਚੋਂ, ਉਹਨਾਂ ਦੇ ਨਾਲ ਮਿਲ ਕੇ ਉਹ ਇਹ ਸਾਜ਼ਿਸ਼ ਰਚ ਰਿਹਾ ਕਿ ਮੋਦੀ ਜੀ ਦਾ ਚਿਹਰਾ ਕਿਵੇਂ ਖਰਾਬ ਕੀਤਾ ਜਾਵੇ, ਭਾਰਤ ਸਰਕਾਰ ਦੀ ਪੋਜੀਸ਼ਨ ਤੇ ਬੀਜੇਪੀ ਦੀ ਕਿਵੇਂ ਖਰਾਬ ਕੀਤੀ ਜਾਵੇ। ਉਹ ਆਪਣੇ ਰਾਜਨੀਤਿਕ ਹਿੱਤ ਸਾਧ ਰਿਹਾ ਔਰ ਕਿਸੇ ਵੀ ਗੱਲ ਤੋਂ ਬਾਜ ਨਹੀਂ ਆ ਰਿਹਾ, ਕ੍ਰਾਈਮ ਵੀ ਫੈਲਾ ਰਿਹਾ ਔਰ ਸਾਡੇ ਤੇ ਰਾਜਨੀਤਿਕ ਆਤੰਕਵਾਦ ਸਾਡੇ ਵਰਕਰਾਂ ਤੇ ਫੈਲਾਇਆ ਜਾ ਰਿਹਾ ਕਿ ਪਾਰਟੀ ਛੱਡੋ, ਤੁਸੀਂ ਇੱਥੇ ਘੁੰਮ ਨਹੀਂ ਸਕਦੇ, ਤੁਸੀਂ ਇੱਥੇ ਫਿਰ ਨਹੀਂ ਸਕਦੇ। ਸਾਡੇ ਐਮਐਲਏ ਦੇ ਨਾਲ ਜੋ ਕੀਤਾ ਉਹ ਕੀ ਮੌਬ ਲਿੰਚਿੰਗ ਨਹੀਂ ਸੀ? ਉਹ ਮੌਬ ਲਿੰਚਿੰਗ ਹੋਈ ਆ ਔਰ ਉਹ ਚੀਫ ਮਿਨਿਸਟਰ ਦਾ ਬਰਦ ਹਸਤਾ, ਪੰਜਾਬ ਸਰਕਾਰ ਦਾ ਬਰਦ ਹਸਤਾ। ਹੁਣ ਉਹ ਡੱਲੇਵਾਲ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਗ੍ਰਿਫਤਾਰੀਆਂ ਦਵਾ ਦਿਓ, ਤੁਸੀਂ ਆਹ ਕਰ ਦਿਓ, ਜਿਹੜੇ ਫੜੇ ਉਹਨਾਂ ਦੀਆਂ ਜ਼ਮਾਨਤਾਂ ਕਰਵਾਤੀਆਂ। ਇਹ ਕੰਮ ਇਹ ਕਰਦੇ ਆ, ਕੋਈ ਸਖਤ ਕੇਸ ਨਹੀਂ ਬਣਾਇਆ, ਕੋਈ ਕੁਛ ਨਹੀਂ ਬਣਾਇਆ। ਉਹ ਕ੍ਰਿਮੀਨਲ ਨੇ, ਕ੍ਰਿਮੀਨਲ ਐਕਟ ਆ। ਇੱਕ ਵਿਧਾਇਕ ਨਾਲ ਇਹ ਹੋਣਾ, ਇਹ ਲੋਕਤੰਤਰ ਨੰਗਾ ਹੋਇਆ, ਇਹ ਪੰਜਾਬ ਦੀ ਵਿਧਾਨ ਸਭਾ ਨੰਗੀ ਹੋਈ ਹੈ ਔਰ ਇਹ ਪੂਰੇ ਲੋਕਤੰਤਰ ਤੇ ਹਮਲਾ ਹੋਇਆ ਔਰ ਇਸ ਤਰ੍ਹਾਂ ਦੇ ਕੰਮ ਵਿਧਾਇਕਾਂ ਨਾਲ ਹੋਣਗੇ। ਚੀਫ ਮਿਨਿਸਟਰ ਸਿੱਧਾ ਸਿੱਧਾ ਜ਼ਿੰਮੇਦਾਰ ਆ ਔਰ ਇਹ ਸਰਕਾਰ ਸਿੱਧੀ ਜ਼ਿੰਮੇਦਾਰ ਆ, ਪੰਜਾਬ ਸਰਕਾਰ ਇਹ ਕਰਵਾ ਰਹੇ ਆ ਇਹ। ਤੇ ਇਸ ਕਰਕੇ ਇਹਨਾਂ ਨੂੰ ਬਾਜ ਆਉਣਾ ਚਾਹੀਦਾ। ਇਹਨਾਂ ਦੇ ਬਾਰੇ 'ਚ ਤਾਂ ਮੈਂ ਕੋਈ ਗੱਲ ਕਰਨੀ ਵੀ ਮੈਂ ਅੱਛੀ ਨਹੀਂ ਸਮਝਦਾ। ਤੁਸੀਂ ਕਹਿ ਰਹੇ ਹੋ ਤੁਸੀਂ ਸੈਂਟਰ ਮਿਨਿਸਟਰ ਨੂੰ ਮਿਲਣ ਦਾ ਸਮਾਂ ਮੰਗਿਆ, ਜਾਣੀ ਸਾਹਿਬ ਨਾਲ ਹੋਣਗੇ। FCI ਦੇ ਮਸਲੇ ਤੇ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਉੱਥੇ ਜਾ ਰਹੇ ਹੋ? ਕਿਆ ਲੱਗਦਾ ਤੁਹਾਨੂੰ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾਏ, ਉਸ ਲਈ ਕੇਂਦਰ ਦੀ ਮੋਦੀ ਸਰਕਾਰ ਤਿਆਰ ਹੋਏਗੀ? ਔਰ ਕਿਆ ਕੋਈ ਸਮਾਂ ਫਿਲਹਾਲ ਮਿਲ ਪਾਇਆ ਤੁਹਾਨੂੰ? ਸਾਡਾ ਤਾਂ ਪ੍ਰਯਾਸ ਕਰਨਾ ਫਰਜ਼ ਹੈ ਜੀ, ਸਾਡਾ ਕੋਈ ਉਸ ਕੰਮ ਨੂੰ ਕਰਾਉਣਾ ਫਰਜ਼ ਨਹੀਂ ਹੈ। ਸਾਡਾ ਤਾਂ ਅਸੀਂ ਜਾ ਕੇ ਦੱਸਣਾ, ਸੱਚਾਈ ਦੱਸਣੀ ਹੈ, ਜੋ ਅਸੀਂ ਫੀਲ ਕਰਦੇ ਹਾਂ। ਹੋ ਨਹੀਂ ਹੋ ਸਕਦਾ ਕਿ ਸਾਡੀ ਸਮਝ 'ਚ ਵੀ ਕਮੀ ਹੋਵੇ। ਮੈਂ ਨਹੀਂ ਕਹਿੰਦਾ ਕਿ ਅਸੀਂ ਬਹੁਤ ਸਮਝਦਾਰ ਹਾਂ ਤੇ ਸਾਰੀਆਂ ਗੱਲਾਂ ਹੀ ਠੀਕ ਬੋਲਦੇ ਹਾਂ, ਪਰ ਇਹ ਲੋਕ ਤਾਂ ਕਹਿੰਦੇ ਆ ਕਿ ਜੋ ਇਹ ਬੋਲਦੇ ਆ ਉਹ ਸਭ ਠੀਕ ਆ, ਸਭ ਦਰੁਸਤ ਆ। ਤੇ ਅਸੀਂ ਜਾ ਕੇ ਰਿਕੁਐਸਟ ਕਰਾਂਗੇ, ਆਪਣੀ ਗੱਲ ਰੱਖਾਂਗੇ, ਉਹ ਗੱਲ ਨੂੰ ਮਨਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਉਹਦੇ ਲਈ ਪ੍ਰਯਾਸ ਕਰਾਂਗੇ। ਅੱਛੇ ਕੰਮ ਲਈ ਪ੍ਰਯਾਸ ਕਰਨੇ ਚਾਹੀਦੇ ਆ। ਚਲੋ, ਅੱਛੇ ਕੰਮ ਲਈ ਪ੍ਰਯਾਸ ਕਰਨੇ ਚਾਹੀਦੇ ਆ। ਲੇਕਿਨ ਜਿਹੜਾ ਲੈਟਰ ਆਇਆ ਜਿਸ ਦੇ ਵਿੱਚ ਬਾਰਡਰ ਦੇ ਕਿਸਾਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਆ ਉਸ ਤੇ ਸਵਾਲ ਚੁੱਕੇ ਗਏ, ਸਿੱਧੇ ਤੌਰ ਤੇ ਕਿਹਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਬੰਧਕ ਬਣਾਇਆ ਜਾਂਦਾ ਹੈ, ਨਸ਼ੇ ਦਾ ਆਦੀ ਬਣਾਇਆ ਜਾਂਦਾ ਹੈ ਔਰ ਬਾਅਦ 'ਚ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਹੈ। ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਇਸ ਨੂੰ ਰੂਟੀਨ ਪ੍ਰੋਸੈਸ ਹਰਜੀਤ ਗਰੇਵਾਲ ਦੱਸਦੇ ਨਜ਼ਰ ਆ ਰਹੇ। ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਹਲਕੇ ਦੇ ਕਿਸਾਨ ਜਿਹੜੇ ਨੇ ਉਹ ਇਸ ਲੈਟਰ ਦੇ ਕੀ ਮਾਇਨੇ ਦੱਸਦੇ ਨਜ਼ਰ ਆਉਂਦੇ ਨੇ ਔਰ ਕਿਆ ਵਾਕਈ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਾਂ ਫਿਰ ਜਿਹੜਾ ਕਿਸਾਨ ਉਸ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਨ ਦੇ ਲਗਾਤਾਰ ਪ੍ਰਯਾਸ ਜਿਹੜੇ ਨੇ ਉਹ ਕੇਂਦਰ ਦੀ ਤਰਫੋਂ ਜਾਰੀ ਨੇ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।